ਹੈਲੋ ਸਟੂਡੈਂਟ, ਅੱਜ ਦਾ ਆਪਣਾ ਟੌਪਿਕ ਹੈ ਇਲੈਕਟ੍ਰੀਕਲ ਐਕਸੀਡੈਂਟਸ। ਇਲੈਕਟ੍ਰੀਕਲ ਐਕਸੀਡੈਂਟ ਕਿਵੇਂ ਹੁੰਦਾ, ਕੀ ਕਾਰਨ ਇਹਨਾਂ ਦਾ, ਕੌਜ਼ ਕੀ ਇਹਨਾਂ ਦੇ, ਅਤੇ ਕਿਵੇਂ ਆਪਾਂ ਉਹਨਾਂ ਤੋਂ ਬਚ ਸਕਦੇ ਹਾਂ, ਪ੍ਰੀਵੈਂਟੇਸ਼ਨ ਕਰ ਸਕਦੇ ਹਾਂ, ਅਤੇ ਕੀ ਇਲੈਕਟ੍ਰੀਕਲ ਐਕਸੀਡੈਂਟ ਹੁੰਦਾ ਕੀ ਆ, ਉਹ ਆਪਾਂ ਅੱਜ ਇਸ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਇਲੈਕਟ੍ਰੀਕਲ ਐਕਸੀਡੈਂਟ every case where a person receiving an electric shock or suffers injury directly or indirectly in connection with generation, transmission, use of electric energy should be treated as electrical accident even though it may not be serious. If a person getting injury due to fall from an electric pole, it should be also treated as electric accident as it may have caused due to ਇਲੈਕਟ੍ਰਿਕ ਸ਼ੌਕ। ਕਹਿੰਦੇ ਇਲੈਕਟ੍ਰਿਕ ਐਕਸੀਡੈਂਟ ਕੀ ਹੁੰਦਾ, ਜਦੋਂ ਕਿਸੇ ਵੀ ਪਰਸਨ ਨੂੰ ਇਲੈਕਟ੍ਰਿਕ ਸ਼ੌਕ ਲੱਗ ਜੇ, ਉਹ ਚਾਹੇ ਉਹ ਡਾਇਰੈਕਟਲੀ ਇੰਜਰਡ ਹੋਵੇ ਉਹਦੇ ਨਾਲ, ਚਾਹੇ ਇਨਡਾਇਰੈਕਟਲੀ ਇੰਜਰਡ ਹੋਵੇ। ਜਿਹੜੇ ਆਪਾਂ ਜਦੋਂ ਕਿ ਕਨੈਕਸ਼ਨ ਕੀਤਾ ਹੋਇਆ ਆਪਣਾ ਜਨਰੇਸ਼ਨ ਤੋਂ, ਚਾਹੇ ਆਪਾਂ ਨੂੰ ਉੱਥੇ ਜਨਰੇਸ਼ਨ ਸਟੇਸ਼ਨ ਦੇ ਉੱਤੇ ਕਿਤੇ ਕਰੰਟ ਲੱਗ ਜੇ, ਜਾਂ ਟਰਾਂਸਮਿਸ਼ਨ ਸਟੇਸ਼ਨ ਦੇ ਉੱਤੇ, ਦਾ ਯੂਜ਼ ਆਫ ਇਲੈਕਟ੍ਰਿਕ ਐਨਰਜੀ ਕਿਤੇ ਵੀ ਆਪਣੇ ਘਰ ਦੇ ਵਿੱਚ ਜਾਂ ਕਮਰਸ਼ੀਅਲ ਕਿਤੇ ਵੀ ਜਾਂ ਫੈਕਟਰੀ ਦੇ ਵਿੱਚ ਕਿਤੇ ਵੀ ਜਿਹੜਾ ਇਲੈਕਟ੍ਰਿਕ ਸ਼ੌਕ ਲੱਗ ਜੇ, ਉਹਨੂੰ ਐਜ਼ ਅ ਇਲੈਕਟ੍ਰਿਕ ਐਕਸੀਡੈਂਟ ਆਪਾਂ ਟਰੀਟਡ ਕੀਤਾ ਜਾਂਦਾ ਵਾ। ਜੇ ਕਿਸੇ ਕੋਈ ਪਰਸਨ ਪੋਲ ਦੇ ਉੱਪਰ ਕੰਮ ਕਰਦਾ ਪਿਆ, ਉਹਨੂੰ ਇਲੈਕਟ੍ਰਿਕ ਸ਼ੌਕ ਲੱਗਣ ਦੇ ਨਾਲ ਉਹ ਥੱਲੇ ਡਿੱਗ ਕੇ ਉਹਦੀ ਸੱਟ ਲੱਗ ਜਾਂਦੀ ਆ ਕਿਤੇ ਹੋਰ, ਤਾਂ ਉਹਨੂੰ ਵੀ ਐਜ਼ ਅ ਇਲੈਕਟ੍ਰਿਕ ਐਕਸੀਡੈਂਟ ਹੀ ਟਰੀਟ ਕੀਤਾ ਜਾਂਦਾ ਵਾ। ਨੈਕਸਟ, ਸੀਰੀਅਸਨੈਸ ਆਫ ਇਲੈਕਟ੍ਰਿਕ ਸ਼ੌਕ। ਇਲੈਕਟ੍ਰਿਕ ਸ਼ੌਕ ਲੱਗਣ ਦੇ ਨਾਲ ਕਿੰਨੇ ਕਰੰਟ ਦੇ ਨਾਲ ਆਪਾਂ ਨੂੰ ਸੀਰੀਅਸ ਜਿਹੜਾ ਅਟੈਕ ਜਾਂ ਮਤਲਬ ਸੀਰੀਅਸ ਕਿੰਨੇ ਕਰੰਟ ਨੂੰ ਮੰਨਿਆ ਜਾਂਦਾ ਵਾ। ਪਹਿਲਾਂ ਆਪਣਾ AC ਕਰੰਟ ਆਫ ਲੋ ਫ੍ਰੀਕੁਐਂਸੀ ਬਿਟਵੀਨ 1 ਮਿਲੀ ਐਂਪੀਅਰ ਟੂ 8 ਮਿਲੀ ਐਂਪੀਅਰ ਆਰ ਜਸਟ ਵੇਰੀਏਬਲ। 1 ਤੋਂ ਲੈ ਕੇ 8 ਮਿਲੀ ਐਂਪੀਅਰ ਤੱਕ ਜਿਹੜਾ ਉਹ ਆਪਾਂ ਬੇਅਰ ਕਰ ਸਕਦੇ ਹਾਂ, ਆਪਾਂ ਉਹਨੂੰ ਸਹਿ ਸਕਦੇ ਹਾਂ, ਵੇਰੀਏਬਲ ਆ ਉਹ। 8 to 15 ਮਿਲੀ ਐਂਪੀਅਰ ਗਿਵਸ ਪੇਨਫੁਲ। 8 ਤੋਂ ਲੈ ਕੇ 15 ਮਿਲੀ ਐਂਪੀਅਰ ਤੱਕ ਆਪਾਂ ਨੂੰ ਝਟਕਾ ਲੱਗਦਾ ਵਾ, ਜਸਟ ਪੇਨ, ਥੋੜ੍ਹੀ ਬਹੁਤੀ ਪੇਨ ਹੁੰਦੀ ਆ। 20 to 50 ਮਿਲੀ ਐਂਪੀਅਰ ਤੱਕ ਜਿਹੜਾ ਜਦੋਂ ਇੰਨਾ ਕਰੰਟ ਲੱਗ ਜੇ ਆਪਾਂ ਨੂੰ, ਤਾਂ ਜੇ ਆਪਣੇ ਉਹ ਕਰੰਟ ਇਟ ਇਫ ਪਾਸਿਸ ਥਰੂ ਚੈਸਟ ਇਟ ਮੇ ਸਟੋਪ ਬਰੀਥਿੰਗ, ਤਾਂ ਉਸ ਦੇ ਨਾਲ ਆਪਣੀ ਜੇ ਚੈਸਟ ਥਰੂ ਪਾਸ ਕਰ ਜੇ ਤਾਂ ਉਹਦੇ ਨਾਲ ਆਪਣੀ ਬਰੀਥਿੰਗ ਰੁਕ ਜਾਂਦੀ ਹੈ, ਸਾਹ ਆਉਣਾ ਬੰਦ ਹੋ ਜਾਂਦਾ। ਦ ਕਰੰਟ ਬਿਟਵੀਨ 100 ਮਿਲੀ ਐਂਪੀਅਰ ਟੂ 200 ਮਿਲੀ ਐਂਪੀਅਰ ਮੇ ਕਾਜ਼ ਵਾਈਬ੍ਰੇਸ਼ਨ ਆਫ ਹਾਰਟ। ਜੇ 100 ਤੋਂ ਲੈ ਕੇ 200 ਮਿਲੀ ਐਂਪੀਅਰ ਤੱਕ ਕਰੰਟ ਪਾਸ ਕਰ ਜੇ ਤਾਂ ਆਪਣਾ ਹਾਰਟ ਰੁਕ ਜਾਂਦਾ ਵਾ, ਹਾਰਟ ਨੂੰ ਇਫੈਕਟ ਕਰਦਾ ਵਾ। ਅਬਵ 200 ਮਿਲੀ ਐਂਪੀਅਰ ਕਾਜ਼ ਡੈਥ। ਜੇ 200 ਮਿਲੀ ਐਂਪੀਅਰ ਤੋਂ ਜ਼ਿਆਦਾ ਕਰੰਟ ਲੱਗ ਜੇ ਤਾਂ ਪਰਸਨ ਐਟ ਅ ਟਾਈਮ ਡੈਥ ਹੋ ਜਾਂਦੀ ਆ। ਨੈਕਸਟ, ਕਾਜ਼ ਆਫ ਇਲੈਕਟ੍ਰਿਕ ਹੈਜ਼ਰਡਸ। ਕਿਹੜੇ ਕਾਰਨਾਂ ਕਰਕੇ ਜਿਹੜੀ ਆਪਾਂ ਨੂੰ ਇਲੈਕਟ੍ਰਿਕ ਕਰੰਟ ਲੱਗਦਾ ਵਾ ਕਿਸੇ ਵੀ ਮਸ਼ੀਨ ਜਾਂ ਇਕਵਿਪਮੈਂਟ ਜਾਂ ਇਲੈਕਟ੍ਰਿਕ ਸਰਕਟ ਦੇ ਉੱਤੋਂ, ਚਾਹੇ ਲਾਈਨ ਟੂ ਬੀ ਪ੍ਰੋਟੈਕਟਿਡ ਕਰਕੇ, ਜਿਹੜੇ ਕਿਸੇ ਵੀ ਕਾਰਨ ਕਰਕੇ। ਦੋ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਕਾਜ਼ ਲੈਂਦੇ ਹਾਂ। ਪਹਿਲਾ ਇੰਟਰਨਲ ਕਾਜ਼ਿਸ, ਦੂਜਾ ਐਕਸਟਰਨਲ ਫੈਕਟਰ ਕਰਕੇ ਜਿਹੜਾ ਉਹ ਆਪਾਂ ਨੂੰ ਕਰੰਟ ਲੱਗਦਾ ਵਾ। ਪਹਿਲਾਂ ਇੰਟਰਨਲ ਕਾਜ਼ਿਸ ਡਿਸਕਸ ਕਰਾਂਗੇ। ਕਿਸੇ ਵੀ ਕਾਰਨ ਕਰਕੇ ਓਵਰ ਵੋਲਟੇਜ ਹੋ ਗਈ, ਜਾਂ ਸੈਕਿੰਡ ਸ਼ਾਰਟ ਸਰਕਟ ਹੋ ਗਿਆ, ਥਰਡ ਓਵਰ ਕਰੰਟ, ਫੋਰਥ corrosion lead to electric current leakage to ground। ਜੇ ਕਿਸੇ ਵੀ ਕਾਰਨ ਕਰਕੇ ਆਪਣਾ corrosion ਹੋਣ ਕਰਕੇ ਲੀਡਸ ਨੂੰ ਅਤੇ ਇਲੈਕਟ੍ਰੀਕਲ ਕਰੰਟ ਜਿਹੜਾ ਗਰਾਊਂਡ ਥਰੂ ਫਲੋ ਹੋ ਰਿਹਾ। ਹੀਟਿੰਗ ਆਫ ਕੰਡਕਟਰ ਹੀਟ ਹੋਣ ਦੇ ਨਾਲ ਇੰਸੂਲੇਸ਼ਨ ਮਟੀਰੀਅਲ ਜਿਹੜਾ ਉਹ ਕੰਡਕਟਰ ਦੇ ਉੱਤੋਂ ਰਿਮੂਵ ਹੋ ਗਿਆ, ਉਹਦੇ ਨਾਲ ਟੌਕਸਿਕ ਗੈਸਿਸ ਜਿਹੜੀਆਂ ਅਤੇ ਕੰਪਾਊਂਡ ਫਾਇਰਸ, ਮਤਲਬ ਗੈਸਾਂ ਪੈਦਾ ਹੋਣ ਦੇ ਨਾਲ, ਹੀਟ ਪੈਦਾ ਹੋਣ ਦੇ ਨਾਲ ਉਹਦੇ 'ਚ ਅੱਗ ਲੱਗ ਜਾਂਦੀ ਹੈ ਕੇਬਲਸ ਅਤੇ ਵਾਇਰਸ ਦੇ ਵਿੱਚ, ਅਤੇ ਉਹ ਜਿਹੜਾ ਇਨਫਲੇਮੇਬਲ ਐਟਮੋਸਫੇਰਿਕ ਨੂੰ ਜਿਹੜਾ ਉਹ ਅੱਗ ਲੱਗ ਜਾਂਦੀ ਹੈ ਉਹਦੇ 'ਚ।
6 point leakage to insulation fluid such as oil, ਜੇ ਕੋਈ ਲੀਕੇਜ ਹੋ ਰਹੀ ਹੈ ਕਿਸੇ ਵੀ ਆਇਲ ਜਾਂ ਫਿਊਲ ਦੀ ਤਾਂ ਉੱਥੇ ਵੀ ਇਹ ਪ੍ਰੋਬਲਮ ਆਉਂਦੀ ਹੈ। 7th point generation of hydrogen or other which lead to forming explosion mixture, ਜੇ ਕਿਤੇ ਵੀ ਜਨਰੇਸ਼ਨ ਹੋ ਰਹੀ ਹੈ ਹਾਈਡਰੋਜਨ ਦੀ ਉਹਦੇ ਨਾਲ ਵੀ ਆਪਣਾ ਐਕਸਪਲੋਜਨ ਹੋ ਜਾਂਦਾ ਮਿਕਸਚਰ ਹੋਣ ਦੇ ਨਾਲ। ਨੈਕਸਟ ਐਕਸਟਰਨਲ ਕਾਜ਼ਿਸ, ਜਿਹੜੇ ਬਾਹਰੀ ਕਾਰਨਾਂ ਕਰਕੇ ਜਿਹੜਾ ਆਪਣੇ ਕਰੰਟ ਜਾਂ ਲੱਗਦਾ ਪਰਸਨ ਨੂੰ, ਚਾਹੇ ਐਕਸੀਡੈਂਟ ਹੁੰਦਾ ਕੋਈ ਵੀ ਜਿਹਦੇ ਨਾਲ ਅੱਗ ਲੱਗ ਜਾਂਦੀ ਹੈ ਜਾਂ ਫਲੇਮ ਨਿਕਲਦੀ ਹੈ ਕਿਤੇ ਵੀ, ਇਹਦੇ 3 ਕਾਰਨ ਆ। ਇਲੈਕਟ੍ਰੀਕਲ ਐਕਸੀਡੈਂਟ ਦੇ ਵਿੱਚ ਜਾਂ ਤਾਂ ਪਰਸਨ ਇਫੈਕਟਡ ਹੁੰਦਾ, ਸ਼ੌਕ ਲੱਗ ਜਾਂਦਾ, ਜਾਂ ਫਲੇਮ ਨਿਕਲਦੀ ਆ ਅਤੇ ਜਾਂ ਫਾਇਰ ਲੱਗ ਜਾਂਦੀ ਆ, ਅੱਗ ਲੱਗ ਜਾਂਦੀ ਆ। ਇਹਦੇ 'ਚ ਐਕਸਟਰਨਲ ਕਾਜ਼ਿਸ ਆ, ਮਕੈਨੀਕਲ ਫੈਕਟਰ, ਕੋਈ ਵੀ ਫਾਲ ਜਾਂ ਬੰਪਸ ਜਾਂ ਵਾਈਬ੍ਰੇਸ਼ਨ ਦੇ ਨਾਲ ਪ੍ਰੋਬਲਮ ਆਉਂਦੀ ਹੈ। ਫਿਰ ਨੈਕਸਟ ਪੁਆਇੰਟ ਆ ਫਿਜ਼ੀਕਲ ਕੈਮੀਕਲ ਫੈਕਟਰ ਜਿਹੜੇ, ਜਾਂ ਆਰਟੀਫਿਸ਼ੀਅਲ ਰੇਡੀਏਸ਼ਨ ਕਰਕੇ ਜਿਹੜਾ ਕੋਈ ਵੀ ਪ੍ਰੋਬਲਮ ਆਉਂਦੀ ਆ। ਵਿੰਡ ਸਨੋਫਾਲ ਜਾਂ ਲਾਈਟਨਿੰਗ ਕਰਕੇ ਜੇ ਆਪਾਂ ਨੂੰ ਇਲੈਕਟ੍ਰਿਕ ਸ਼ੌਕ ਜਾਂ ਇਲੈਕਟ੍ਰਿਕ ਐਕਸੀਡੈਂਟ ਹੁੰਦਾ ਵਾ ਜਿਹੜਾ। ਐਨੀਮਲ ਇਨ ਬੋਥ ਅਰਬਨ ਐਂਡ ਰੂਰਲ ਸੈਟਿੰਗਸ, ਐਨੀਮਲ ਚਾਹੇ ਆਪਣੇ ਪਿੰਡਾਂ ਦੇ ਵਿੱਚ ਚਾਹੇ ਸ਼ਹਿਰਾਂ ਦੇ ਵਿੱਚ, ਜਿਹੜੇ ਆਪਣੇ ਪਾਵਰ ਲਾਈਨਸ ਦੀ ਇੰਸੂਲੇਸ਼ਨ ਨੂੰ ਰਿਮੂਵ ਕਰ ਦਿੰਦੇ ਆ, ਉਹਦੇ ਕਰਕੇ ਸ਼ਾਰਟ ਸਰਕਟ ਫਾਲਟ ਕੰਟੈਂਟ ਆ ਜਾਂਦੀ ਆ। ਨੈਕਸਟ ਜਿਹੜਾ ਚਿਲਡਰਨਸ ਜਾਂ ਐਡਲਟਸ ਜਿਹੜੇ ਕੇਅਰਲੈਸਲੀ ਇਲੈਕਟ੍ਰੀਸਿਟੀ ਦਾ ਯੂਜ਼ ਕਰਦੇ ਆ, ਉਹਦੇ ਨਾਲ ਜਿਹੜਾ ਉਹ ਇਫੈਕਟ ਮਤਲਬ ਇਲੈਕਟ੍ਰੀਕਲ ਐਕਸੀਡੈਂਟ ਹੋਣ ਦਾ ਖਤਰਾ ਵੱਧ ਜਾਂਦਾ। ਉਸ ਤੋਂ ਅੱਗੇ ਪ੍ਰੋਟੈਕਸ਼ਨ ਡਿਵਾਈਸ ਕਿਹੜੇ ਆਪਣੇ ਇਲੈਕਟ੍ਰੀਕਲ ਇੰਸਟਾਲੇਸ਼ਨ ਦੇ ਵਿੱਚ। ਪਹਿਲਾਂ ਆਪਾਂ ਡਿਸਕਸ ਕਰਾਂਗੇ ਸਰਕਟ ਬ੍ਰੇਕਰਸ। ਸਰਕਟ ਬ੍ਰੇਕਰਸ ਦੇ ਵਿੱਚ ਸਭ ਤੋਂ ਪਹਿਲਾਂ ਮਿਨੀਏਚਰ ਸਰਕਟ ਬ੍ਰੇਕਰ MCB ਜਿਹੜੇ ਆਪਣੇ ਘਰਾਂ ਦੇ ਵਿੱਚ ਲੱਗੇ ਹੁੰਦੇ ਆ, ਫੇਸ ਟਰਮੀਨਲ ਦੇ ਉੱਤੇ ਆਪਾਂ ਕਨੈਕਟ ਕਰਨੇ ਆ ਇਹਨੂੰ। ਉਸ ਤੋਂ ਅਗਲਾ ਅਰਥ ਲੀਕੇਜ ਸਰਕਟ ਬ੍ਰੇਕਰ ਵੀ ਆਪਣੇ ਘਰਾਂ 'ਚ ਲੱਗਦਾ ਵਾ, ਤਾਂ ਕਿ ਕੋਈ ਲੀਕੇਜ ਨਾ ਹੋਵੇ। ਜੇ ਲੀਕੇਜ ਹੁੰਦੀ ਆ ਤਾਂ ਉਹ ਜਿਹੜਾ ਅਰਥ ਲੀਕੇਜ ਸਰਕਟ ਬ੍ਰੇਕਰ ਆ ਉਹ ਟ੍ਰਿਪ ਕਰ ਜਾਂਦਾ ਵਾ। ਇਹਦੇ 'ਚ ਟੋਟਲ 6 ਟਰਮੀਨਲ ਹੁੰਦੇ ਆ, 2 ਇਨਕਮਿੰਗ ਫੇਸ ਨਿਊਟਰਲ, 2 ਆਊਟਗੋਇੰਗ ਫੇਸ ਨਿਊਟਰਲ, ਅਤੇ 2 ਟਰਮੀਨਲ ਹੁੰਦੇ ਆ। ਇੱਕ ਆਪਣੀ ਜਿਹੜੀ ਅਰਥਿੰਗ ਕੀਤੀ ਹੋਈ ਆ ਉਹਨੂੰ ਕਨੈਕਟ ਕਰਦੇ ਆ, ਅਤੇ ਦੂਜੀ ਜਿਹੜਾ ਆਪਣਾ ਘਰ ਦਾ ਜਾਂ ਫੈਕਟਰੀ ਦਾ ਕੋਈ ਵੀ ਅਰਥਿੰਗ ਪੁਆਇੰਟ ਆ ਉਹਦੇ ਨਾਲ ਉਹਦਾ ਕਨੈਕਸ਼ਨ ਕਰਦੇ ਹਾਂ ਆਪਾਂ, ਜਿਹੜਾ ELCB ਦਾ। ਅਤੇ ਨੈਕਸਟ ਹੈਗਾ RCCB ਰੈਜ਼ੀਡਿਊਲ ਸਰਕਟ ਬ੍ਰੇਕਰ। ਇਹਦਾ ਵੀ ਇਹੀ ਕੰਮ ਆ। ਇਹ ਜੇਕਰ ਕੋਈ ਵੀ ਲੀਕੇਜ ਹੁੰਦੀ ਆ ਆਪਣੇ ਸਰਕਟ ਦੇ ਵਿੱਚ ਤਾਂ ਇਹ ਟ੍ਰਿਪ ਕਰ ਜਾਂਦਾ ਵਾ RCCB। ਇਹਨਾਂ ਦੇ ਵਿੱਚ ਡਿਫਰੈਂਸ ਕੀ ਆ, ਜਿਹੜਾ RCCB ਆ ਉਹ ਵੋਲਟੇਜ ਓਪਰੇਟਿਡ ਡਿਵਾਈਸ ਆ, ਅਤੇ ਜਿਹੜਾ RCCB ਆ ਉਹ ਕਰੰਟ ਓਪਰੇਟਿਡ ਡਿਵਾਈਸ ਆ, ਅਤੇ ELCB ਆ ਉਹ ਵੋਲਟੇਜ ਓਪਰੇਟਿਡ ਡਿਵਾਈਸ ਆ। ਨੈਕਸਟ ਫਿਊਜ਼ ਐਂਡ ਰਿਲੇਜ਼। ਫਿਊਜ਼ ਜਿਹੜੇ ਆਪਾਂ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਕਿਟਕੈਟ ਫਿਊਜ਼, ਅਤੇ ਰਿਲੇਜ਼ ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਫੈਕਟਰੀ ਜਾਂ ਸਬਸਟੇਸ਼ਨ ਵਗੈਰਾ ਦੇ ਵਿੱਚ। ਉਸ ਤੋਂ ਅਗਲਾ ਪੁਆਇੰਟ ਹੈਗਾ ਅਰਥਿੰਗ ਇੰਪੋਰਟੈਂਟ ਪੁਆਇੰਟ ਆ, ਚਾਹੇ ਘਰ ਆ ਆਪਣਾ, ਚਾਹੇ ਫੈਕਟਰੀ ਆ, ਚਾਹੇ ਕੋਈ ਵੀ ਜਗ੍ਹਾ ਵਾ। ਇਹ 2 ਤਰ੍ਹਾਂ ਦੀ ਅਰਥਿੰਗ ਆਪਾਂ ਯੂਜ਼ ਕਰਦੇ ਹਾਂ। ਇੱਕ ਤਾਂ ਆਪਾਂ ਯੂਜ਼ ਕਰਦੇ ਹਾਂ ਜਿਹੜਾ 3 ਫੇਸ ਸਪਲਾਈ ਆ, ਉਹਦਾ ਜਿਹੜਾ ਨਿਊਟਰਲ ਪੁਆਇੰਟ ਆ ਉਹਨੂੰ ਅਰਥਿੰਗ ਕਰਦੇ ਹਾਂ। ਦੂਜੀ ਅਰਥਿੰਗ ਪ੍ਰੋਟੈਕਟਿਵ ਅਰਥਿੰਗ ਆ, ਜਿਹੜੀ ਕੋਈ ਵੀ ਮੈਟੈਲਿਕ ਬੋਡੀ ਆ ਕਿਸੇ ਵੀ ਆਪਣੀ ਜਿਹੜਾ ਆਪਰੇਟਸ ਆ ਉਹਦੀ ਮੈਟੈਲਿਕ ਬੋਡੀ ਆ ਉਹਨੂੰ ਆਪਾਂ ਅਰਥ ਕਰਦੇ ਹਾਂ, ਜਿਹਦੇ ਨਾਲ ਆਪਾਂ ਪ੍ਰੋਟੈਕਸ਼ਨ ਕਰ ਸਕੀਏ ਕੋਈ ਵੀ ਐਨੀਮਲ ਦਾ, ਚਾਹੇ ਕੋਈ ਪਰਸਨ ਆ ਜਿਹੜਾ ਉਸ ਮੈਟੈਲਿਕ ਡਿਵਾਈਸ ਨਾਲ ਕਨੈਕਟ ਹੋ ਕੇ ਉਸ ਪਰਸਨ ਨੂੰ ਜਾਂ ਉਸ ਐਨੀਮਲ ਨੂੰ, ਬਰਡਸ ਨੂੰ
ਜਿਹੜਾ ਉਹ ਸ਼ੌਕ ਨਾ ਲੱਗੇ। ਇਸ ਕਰਕੇ ਇਹ ਦੋ ਤਰ੍ਹਾਂ ਦੀ ਅਰਥਿੰਗ ਹੁੰਦੀ ਹੈ। ਨੈਕਸਟ ਪੁਆਇੰਟ ਟੂ ਬੀ ਰਿਮੈਂਬਰ ਫॉर ਇਲੈਕਟ੍ਰਿਕ ਸੇਫਟੀ। ਇਲੈਕਟ੍ਰੀਕਲ ਸੇਫਟੀ ਦੇ ਵਿੱਚ ਕਿਹੜੇ ਪੁਆਇੰਟ ਆਪਾਂ ਡਿਸਕਸ ਕਰਾਂਗੇ, ਕਿਹੜੇ ਪੁਆਇੰਟਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਵਾ। ਸਭ ਤੋਂ ਪਹਿਲਾਂ ਆਲਵੇਜ਼ ਯੂਜ਼ ਸਵਿਚ ਇਨ ਅ ਫੇਸ ਵਾਇਰ ਇੰਸਟੈਡ ਆਫ ਅ ਨਿਊਟਰਲ ਵਾਇਰ। ਹਮੇਸ਼ਾ ਫੇਸ ਵਾਇਰ ਦੇ ਵਿੱਚ ਹੀ ਸਵਿਚ ਲਾਉਣੀ ਚਾਹੀਦੀ ਆ, ਨਿਊਟਰਲ ਵਾਇਰ 'ਚ ਸਵਿਚ ਨਹੀਂ ਲਾਉਣੀ ਚਾਹੀਦੀ। ਆਲਵੇਜ਼ ਯੂਜ਼ 3 ਪਿਨ ਪਲੱਗ ਇਨ ਸੋਕਟ। ਕਿਸੇ ਵੀ ਸੋਕਟ ਦੇ ਵਿੱਚ 3 ਪਿਨ ਪਲੱਗ ਲਾਉਣਾ ਚਾਹੀਦਾ ਵਾ। ਦੋ ਤਾਰਾਂ ਸਿੱਧੀਆਂ ਡਾਇਰੈਕਟ ਨਹੀਂ ਲਾਉਣੀਆਂ ਚਾਹੀਦੀਆਂ ਆਪਾਂ ਨੂੰ, ਜਿਹੜਾ 3 ਪਿਨ ਪਲੱਗ ਦਾ ਯੂਜ਼ ਕਰਨਾ ਚਾਹੀਦਾ ਹਮੇਸ਼ਾ ਹੀ। ਨੈਕਸਟ ਦੇਅਰ ਸ਼ੁੱਡ ਬੀ ਨੋ ਜੁਆਇੰਟ ਇਨ ਵਾਇਰ ਔਰ ਕੇਬਲ। ਕੇਬਲ ਅਤੇ ਵਾਇਰ ਦੇ ਵਿੱਚ ਕੋਈ ਜੁਆਇੰਟ ਨਹੀਂ ਹੋਣਾ ਚਾਹੀਦਾ। ਜਿੰਨਾ ਪੋਸੀਬਲ, ਮਿਨੀਮਮ ਪੋਸੀਬਲ ਹੋਵੇ ਉਨਾ ਘੱਟ ਜੁਆਇੰਟ ਲਾਉਣਾ ਚਾਹੀਦਾ। use MCB for overload and short circuit protection at main and at power point। ਹਮੇਸ਼ਾ MCB ਯੂਜ਼ ਕਰਨੇ ਚਾਹੀਦੇ ਆ ਤਾਂ ਕਿ ਆਪਾਂ ਓਵਰਲੋਡ ਅਤੇ ਸ਼ਾਰਟ ਸਰਕਟ ਪ੍ਰੋਟੈਕਸ਼ਨ ਆਪਾਂ ਕਰ ਸਕੀਏ ਪਾਵਰ ਪੁਆਇੰਟਸ ਦੇ ਉੱਤੇ। ਨੈਕਸਟ ਨੈਵਰ ਟੱਚ ਐਨੀ ਇਲੈਕਟ੍ਰੀਕਲ ਇਕੁਇਪਮੈਂਟ ਵਿਦ ਵੈਟ ਹੈਂਡ ਐਂਡ ਨੈਵਰ ਟੱਚ ਐਨੀ ਇਲੈਕਟ੍ਰੀਕਲ working on electrical installation। ਕਦੇ ਵੀ ਗਿੱਲੇ ਹੱਥਾਂ ਦੇ ਨਾਲ ਕੋਈ ਵੀ ਇਲੈਕਟ੍ਰੀਕਲ ਇਕੁਇਪਮੈਂਟ ਨੂੰ ਟੱਚ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਟੱਚ ਕਰਨਾ ਚਾਹੀਦਾ ਵਾ ਇਲੈਕਟ੍ਰੀਸ਼ੀਅਨ ਵਰਕਿੰਗ, ਜੇ ਕੋਈ ਕੰਮ ਕਰਦਾ ਪਿਆ ਇਲੈਕਟ੍ਰੀਕਲ ਦਾ ਔਨ ਇਲੈਕਟ੍ਰੀਕਲ ਇੰਸਟਾਲੇਸ਼ਨ ਦੇ ਉੱਤੇ ਕੋਈ ਵਰਕਰ ਕੰਮ ਕਰਦਾ ਉਹਨੂੰ ਛੇੜਨਾ ਨਹੀਂ ਗਾ ਆਪਾਂ। ਨੈਕਸਟ all metallic parts should be properly earthed। ਅਰਥਿੰਗ ਜ਼ਰੂਰੀ ਆ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਪੁਆਇੰਟ ਦੇ ਵਿੱਚ। ਜਿੰਨੇ ਵੀ ਆਪਣੇ ਮੈਟੈਲਿਕ ਅਪਲਾਇੰਸਿਸ ਆ ਉਹਨਾਂ ਦੀ ਅਰਥਿੰਗ ਆਪਾਂ ਪ੍ਰੋਪਰ ਕਰਨੀ ਆ ਅਤੇ ਹਮੇਸ਼ਾ ਜਿਹੜਾ 3 ਪਿਨ ਪਲੱਗ ਯੂਜ਼ ਕਰਨਾ ਤਾਂ ਕਿ ਅਰਥਿੰਗ ਜਿਹੜੀ ਆਪਣੇ ਅਰਥਿੰਗ ਪਿੰਨ ਜੇ ਆਪਣੀ ਕਨੈਕਟ ਹੋਊਗੀ ਤਾਂ ਹੀ ਆਪਣਾ ਡਿਵਾਈਸ ਅਰਥ ਹੋਊਗਾ। ਜੇ ਆਪਾਂ 2 ਵਾਇਰ ਪਲੱਗ ਜਾਂ 2 ਪਿਨ ਪਲੱਗ ਜਿਹੜਾ ਯੂਜ਼ ਕਰਾਂਗੇ ਉਹਦੇ ਨਾਲ ਕੀ ਆ, ਜਿਹੜੇ ਅਰਥਿੰਗ ਪੁਆਇੰਟ ਉਹ ਐਪਰੇਟਸ ਦਾ ਕਨੈਕਟ ਨਹੀਂ ਹੋਊਗਾ ਅਰਥਿੰਗ ਟਰਮੀਨਲ ਨਾਲ, ਅਤੇ ਉਹਦੇ ਨਾਲ ਆਪਾਂ ਨੂੰ ਸ਼ੌਕ ਲੱਗ ਸਕਦਾ ਜੇ ਉਹਦੇ 'ਚ ਕਿਸੇ ਵੀ ਤਰ੍ਹਾਂ ਦੀ ਕਰੰਟ ਕਿਤੇ ਬੋਡੀ ਦੇ ਵਿੱਚ ਆ ਜਾਵੇ ਕਿਸੇ ਵੀ ਪ੍ਰੋਬਲਮ ਕਰਕੇ। ਨੈਕਸਟ ਪੁਆਇੰਟ ਆ 7th ਪੁਆਇੰਟ ਆਲ ਟਰਾਂਸਫਾਰਮਰ ਸ਼ੁੱਡ ਬੀ ਅਰਥ ਐਟ 4 ਪੁਆਇੰਟ। ਜਿੰਨੇ ਟਰਾਂਸਫਾਰਮਰ ਆ ਸਾਰਿਆਂ ਨੂੰ 4 ਟਰਮੀਨਲਾਂ ਦੇ ਉੱਤੇ 4 ਪੁਆਇੰਟਸ ਦੇ ਉੱਤੇ ਅਰਥ ਕਰਨਾ ਵਾ। ਨੈਕਸਟ 8th ਪੁਆਇੰਟ ਨੈਵਰ ਸ਼ਿਫਟ ਐਨੀ ਰਨਿੰਗ ਟੇਬਲ ਫੈਨ ਔਰ ਪੈਡਲਸ ਡੈਜ਼ਰਟ ਕੂਲਰ ਇਨ ਫਰਦਰ ਡੇਂਜਰਸ। ਕੋਈ ਵੀ ਪੱਖਾ ਚਾਹੇ ਟੇਬਲ ਫੈਨ ਆ ਚਾਹੇ ਆਪਣਾ ਡੈਜ਼ਰਟ ਕੂਲਰ ਆ ਉਹਨੂੰ ਆਪਾਂ ਚੱਲਦੇ ਵਕਤ ਜਾਂ ਚੱਲਦੇ ਹੋਏ ਆਪਾਂ ਮੂਵ ਨਹੀਂ ਕਰਨਾ ਵੀ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੱਖ ਦਈਏ। ਹਮੇਸ਼ਾ ਸਵਿਚ ਆਫ ਕਰਕੇ ਹੀ ਉਹਨੂੰ ਆਪਾਂ ਤਾਰ ਕੱਢ ਕੇ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਰੱਖਣਾ ਵਾ। ਆਲਵੇਜ਼ ਯੂਜ਼ਡ ਪ੍ਰੋਪਰ ਰੇਟਿੰਗ ਆਫ ਫਿਊਜ਼। ਆਪਾਂ ਹਮੇਸ਼ਾ ਜਿਹੜਾ ਪ੍ਰੋਪਰ ਰੇਟਿੰਗ ਦਾ ਫਿਊਜ਼ ਯੂਜ਼ ਕਰਨੇ ਆ। ਇਹਦੇ 'ਚ ਕੀ ਕਾਰਨ ਆ, ਜੇ ਮੰਨ ਲਓ ਆਪਣਾ ਜਿੰਨਾ ਲੋਡ ਦੇ ਅਕੋਰਡਿੰਗਲੀ ਆਪਾਂ ਪ੍ਰੋਪਰ ਰੇਟਿੰਗ ਦਾ ਫਿਊਜ਼ ਯੂਜ਼ ਕਰਦੇ ਹਾਂ, ਜੇ ਆਪਣਾ ਓਵਰਲੋਡ ਹੁੰਦਾ ਜਾਂ ਸ਼ਾਰਟ ਸਰਕਟ ਹੁੰਦਾ, ਜੇ ਆਪਾਂ ਤਾਰ ਮੋਟੀ ਲਾਈ ਆ ਫਿਊਜ਼ ਦੇ ਵਿੱਚ ਤਾਂ ਉਹ ਬਰਨ ਹੀ ਨਹੀਂ ਕਰੂਗਾ, ਫਿਰ ਉਹ ਸੇਫਟੀ ਕਾਹਦੀ ਹੋਈ। ਇਸ ਕਰਕੇ ਜਿਹੜਾ ਪ੍ਰੋਪਰ ਰੇਟਿੰਗ ਦਾ ਹੀ ਫਿਊਜ਼ ਯੂਜ਼ ਕਰਨਾ ਵਾ। ਇਹ ਨਹੀਂ ਹੈਗਾ ਵੀ ਆਪਾਂ ਮੋਟੀ ਤਾਰ ਲਾ ਦਈਏ ਵੀ ਚੱਲੀ ਜਾਊਗਾ ਕੋਈ ਗੱਲ ਨਹੀਂ, ਫਿਰ ਆਪਾਂ ਨੂੰ ਉਸ ਫਿਊਜ਼ ਦਾ ਫਾਇਦਾ ਕੀ ਆ, ਉਸ ਫਿਊਜ਼ ਦਾ ਫਾਇਦਾ ਨਹੀਂ ਹੋਣਾ। ਇਸ ਕਰਕੇ ਉਸ ਪ੍ਰੋਪਰ ਰੇਟਿੰਗ ਦਾ ਹੀ ਫਿਊਜ਼ ਆਪਾਂ ਯੂਜ਼ ਕਰਨਾ। ਨੈਕਸਟ ਆਲਵੇਜ਼ ਯੂਜ਼ ਗੁੱਡ ਕੁਆਲਿਟੀ insulation wire and good insulation tape। also use proper tool। ਹਮੇਸ਼ਾ ਹੀ ਵਧੀਆ ਇੰਸੂਲੇਸ਼ਨ ਵਾਲੀ ਤਾਰ ਆਪਾਂ ਵਰਤਣੀ ਆ ਅਤੇ ਵਧੀਆ ਇੰਸੂਲੇਟਡ ਟੇਪ ਯੂਜ਼ ਕਰਨੀ ਆ। ਇਹ ਨਹੀਂ ਹੈਗਾ ਕੋਈ ਵੀ ਟੇਪ
ਜਾਂ ਸੈਲੋ ਟੇਪ ਜਿਹੜੀ ਆਪਾਂ ਵਾਇਰਿੰਗ ਵਾਸਤੇ ਯੂਜ਼ ਕਰ ਲਈਏ। ਹਮੇਸ਼ਾ ਗੁੱਡ ਕੁਆਲਿਟੀ, ਗੁੱਡ ਇੰਸੂਲੇਸ਼ਨ ਵਾਲੀ ਟੇਪ ਆਪਾਂ ਯੂਜ਼ ਕਰਨੀ ਹੈ ਅਤੇ ਪ੍ਰੋਪਰ ਟੂਲਸ ਹੀ ਯੂਜ਼ ਕਰਨੇ ਆ ਜਦੋਂ ਆਪਾਂ ਕੋਈ ਇਲੈਕਟ੍ਰੀਕਲ ਦਾ ਕੰਮ ਕਰਨਾ। ਨੈਕਸਟ, there should be no smoking zone near transformer oil, diesel and electrical equipment। ਹਮੇਸ਼ਾ ਜਿਹੜਾ ਨੋ ਸਮੋਕਿੰਗ ਜ਼ੋਨ ਦਾ ਪਲੇਟ ਲਾ ਕੇ ਰੱਖਣੀ ਆ ਜਾਂ ਨੋ ਸਮੋਕਿੰਗ ਜ਼ੋਨ ਬਣਾ ਕੇ ਰੱਖਣਾ ਵਾ ਜਿੱਥੇ ਵੀ ਕੋਈ ਟਰਾਂਸਫਾਰਮਰ ਆਇਲ ਆ ਜਾਂ ਡੀਜ਼ਲ ਦਾ ਯੂਜ਼ ਕਰਦੇ ਆ ਜਾਂ ਇਲੈਕਟ੍ਰੀਕਲ ਇਕਵਿਪਮੈਂਟਸ ਦਾ ਯੂਜ਼ ਕਰਦੇ ਆ। ਇਹ ਵੀ ਆਪਾਂ ਨੂੰ ਐਕਸੀਡੈਂਟ ਤੋਂ ਬਚਾ ਸਕਦਾ ਵਾ, ਨਹੀਂ ਤਾਂ ਕਿ ਐਕਸੀਡੈਂਟ ਮੋਸਟਲੀ ਇਹਦੇ ਨਾਲ ਵੀ ਹੋ ਜਾਂਦੇ ਆ। ਜੇ ਕੋਈ ਸਮੋਕਿੰਗ ਕਰਕੇ ਸਿਗਰਟ ਵਗੈਰਾ ਜਿਹੜਾ ਕੋਈ ਸੜ ਦਿੰਦਾ ਤਾਂ ਉਹਦੇ ਨਾਲ ਵੀ ਅੱਗ ਲੱਗ ਦੇ ਚਾਂਸ ਵੱਧ ਜਾਂਦੇ ਆ। 12th point, there should be not be an water or content trapped near a cable or a panel board। ਕਿਤੇ ਜਿਹੜੀ ਵੀ ਕੋਈ ਵੀ ਆਪਣੀ ਕੇਬਲਸ ਆ ਜਾਂ ਪੈਨਲ ਬੋਰਡ ਆ ਉਹਦੇ ਨੇੜੇ ਕੋਈ ਵਾਟਰ ਜਾਂ ਕੋਈ ਸਲਾਬ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਆਪਾਂ ਨੂੰ ਪ੍ਰੋਬਲਮ ਆ ਸਕੇ। ਰਬੜ ਸ਼ੀਟ ਆਰ ਮਸਟ ਬੀ front of a panel, also used while working at its back side। ਜਦੋਂ ਵੀ ਹਮੇਸ਼ਾ ਜਿਹੜੇ ਪੈਨਲਸ ਦੇ ਅੱਗੇ ਰਬੜ ਸ਼ੀਟ ਯੂਜ਼ ਕਰਨੀ ਆ ਜਦੋਂ ਵੀ ਕੰਮ ਕਰਨਾ, ਚਾਹੇ ਫਰੰਟ ਸਾਈਡ 'ਤੇ ਆ ਚਾਹੇ ਬੈਕ ਸਾਈਡ 'ਤੇ, ਦੋਨੇ ਜਗ੍ਹਾ ਜਿਹੜੇ ਉਹ ਰਬੜ ਸ਼ੀਟ ਯੂਜ਼ ਕਰਨੀ ਹੈ। ਨੈਕਸਟ, sand buckets and fire extinguishers should be placed near the electrical panel installation। ਹਮੇਸ਼ਾ ਜਿਹੜੀ ਫਾਇਰ ਐਕਸਟੈਂਸ਼ਨ ਆ, ਚਾਹੇ ਅੱਗ ਬੁਝਾਉਣ ਵਾਲੇ ਚਾਹੇ ਆਪਣੀਆਂ ਸੈਂਡ ਬਕਟਸ ਆ ਜਿਹੜੀ ਆਪਾਂ ਅੱਗ ਬੁਝਾਉਣ ਵਾਸਤੇ ਯੂਜ਼ ਕਰਦੇ ਹਾਂ, ਉਹ ਹਮੇਸ਼ਾ ਇਲੈਕਟ੍ਰੀਕਲ ਪੈਨਲਸ ਦੇ ਨੇੜੇ ਰੱਖਣੀਆਂ ਚਾਹੀਦੀਆਂ ਵਾ ਤਾਂ ਕਿ ਇਨ ਕੇਸ ਆਫ ਜੇ ਫਾਇਰ ਲੱਗ ਵੀ ਜਾਂਦੀ ਹੈ ਕਿਸੇ ਪ੍ਰੋਬਲਮ ਕਰਕੇ ਤਾਂ ਉਹਨੂੰ ਆਪਾਂ ਅੱਗ ਨੂੰ ਬੁਝਾ ਸਕੀਏ। ਅਤੇ ਆਲਸੋ ਡੂ ਨੰਬਰਿੰਗ ਆਫ ਈਚ ਪੈਨਲ। ਹਮੇਸ਼ਾ ਜਿਹੜੀ ਨੰਬਰਿੰਗ ਕਰਕੇ ਰੱਖਣੀ ਚਾਹੀਦੀ ਹੈ ਪੈਨਲਸ ਦੀ। ਨੰਬਰ ਜਿੱਦਾਂ ਫਿਗਰ ਦੇ ਵਿੱਚ ਮੈਂਸ਼ਨ ਆ 1 2 3 ਮੈਂਸ਼ਨ ਕੀਤੇ ਹੋਏ ਆ ਪੈਨਲ, ਅਲੱਗ-ਅਲੱਗ ਪੈਨਲਸ ਦੀ ਨੰਬਰਿੰਗ ਕੀਤੀ ਹੋਈ ਹੈ। ਨੈਵਰ ਯੂਜ਼ ਪਲਾਇਰ ਸਕਰੂ ਡਰਾਈਵਰ ਆਫ ਪੂਅਰ ਕੁਆਲਿਟੀ ਐਂਡ ਪੂਅਰ ਇੰਸੂਲੇਸ਼ਨ। ਹਮੇਸ਼ਾ ਗੁੱਡ ਕੁਆਲਿਟੀ ਸਕਰੂ ਡਰਾਈਵਰ ਅਤੇ ਪਲਾਇਰਸ ਯੂਜ਼ ਕਰਨੇ ਆ ਅਤੇ ਇੰਸੂਲੇਸ਼ਨ ਪ੍ਰੋਪਰ ਹੋਵੇ ਉਹਨਾਂ ਦੀ, ਕੋਈ ਇੰਸੂਲੇਸ਼ਨ ਡੈਮੇਜ ਨਾ ਹੋਈ ਹੋਵੇ। ਜੇ ਡੈਮੇਜ ਆ ਉਹਨੂੰ ਜਿਹੜੀ ਪ੍ਰੋਪਰ ਇੰਸੂਲੇਸ਼ਨ ਕਰਕੇ ਹੀ ਯੂਜ਼ ਕਰਨਾ ਵਾ ਆਪਾਂ। ਨੈਵਰ ਜੁਆਇੰਟ ਟੂ ਵਾਇਰ ਆਫ ਡਿਫਰੈਂਟ ਰੇਟਿੰਗ ਦੈਟ ਇਜ਼ ਥਿਕਨੈਸ। ਅਲੱਗ-ਅਲੱਗ ਥਿਕਨੈਸ ਦੀ ਵਾਇਰ ਨੂੰ ਆਪਸ ਦੇ ਵਿੱਚ ਕਨੈਕਟ ਨਹੀਂ ਕਰਨਾ, ਉਹਦੇ ਨਾਲ ਜਿਹੜੀ ਸਪਾਰਕਿੰਗ ਪ੍ਰੋਡਿਊਸ ਹੋ ਸਕਦੀ ਹੈ, ਜੁਆਇੰਟ ਜਿਹੜਾ ਉਹ ਪ੍ਰੋਪਰ ਨਹੀਂ ਰਹਿਣਾ, ਬਰਨ ਹੋ ਸਕਦਾ। ਇਸ ਕਰਕੇ ਹਮੇਸ਼ਾ ਜਦੋਂ ਵੀ ਜੁਆਇੰਟ ਲਾਉਣਾ ਵਾ ਇਹ ਜ਼ਰੂਰ ਧਿਆਨ ਰੱਖਣਾ ਵਾ ਜਿਹੜੀ ਵਾਇਰਸ ਆ ਉਹ ਸੇਮ ਰੇਟਿੰਗ ਦੀ, ਸੇਮ ਸਾਈਜ਼ ਦੀ ਹੋਣੀ ਚਾਹੀਦੀ ਆ। whenever there is a loose connection, spark will occurs due to millivoltage drop which may result in flash, fire or accident। ਲੂਜ਼ ਕਨੈਕਸ਼ਨ ਨਹੀਂ ਰਹਿਣਾ ਚਾਹੀਦਾ ਕਿਤੇ ਵੀ, ਕੋਈ ਵੀ ਪੈਨਲ ਆ ਜਾਂ ਕੋਈ ਵੀ ਇੰਸਟਾਲੇਸ਼ਨ ਆ, ਲੂਜ਼ ਕਨੈਕਸ਼ਨ ਨਹੀਂ ਆਪਾਂ ਕਿਤੇ ਵੀ ਛੱਡਣਾ। ਉਹਦੇ ਨਾਲ ਕੀ ਆ, ਮਿਲੀ ਵੋਲਟੇਜ ਦੇ ਡਰੋਪ ਆਉਣ ਦੇ ਨਾਲ ਵੀ ਹੀ ਆਪਣੀ ਜਿਹੜੀ ਉਹ ਉੱਥੇ ਅੱਗ ਲੱਗ ਸਕਦੀ ਹੈ, ਫਲੈਸ਼ ਪੈਦਾ ਹੋ ਸਕਦੀ ਅਤੇ ਐਕਸੀਡੈਂਟ ਹੋ ਸਕਦਾ। ਨੈਵਰ ਓਵਰਲੋਡ ਐਨੀ ਸੋਕੇਟ ਔਰ ਪੁਆਇੰਟ। ਕਿਸੇ ਵੀ ਸੋਕੇਟ ਪੁਆਇੰਟ ਨੂੰ ਓਵਰਲੋਡ ਨਹੀਂ ਕਰਨਾ। ਇੱਕ ਪਲੱਗ ਦੇ ਉੱਤੇ ਕੋਈ ਜ਼ਿਆਦਾ ਸੋਕਟਸ ਜਾਂ ਮਲਟੀ ਪਲੱਗ ਲਾ ਕੇ, ਜਿਵੇਂ ਆਪਾਂ 3-4 ਪਲੱਗ ਲਾ ਦਿੰਦੇ ਹਾਂ, ਉਹਨੂੰ ਓਵਰਲੋਡ ਨਹੀਂ ਕਰਨਾ ਹੈਗਾ। ਉਹਦੇ ਨਾਲ ਵੀ ਸਪਾਰਕਿੰਗ ਪ੍ਰੋਡਿਊਸ ਹੋਣ ਦਾ ਖਤਰਾ ਵੱਧ ਜਾਂਦਾ ਵਾ। Ensure while digging pits, trench that cable not be led in that area. Also thinks for a similar risk while drilling in a wall
ਔਰ ਅ ਪਿਲਰ। ਜਦੋਂ ਕੋਈ ਵੀ ਆਪਾਂ ਟਰੈਂਚ ਵੱਟਣੀ ਆ ਜਾਂ ਕੋਈ ਡਿਗਿੰਗ ਕਰਨੀ ਹੈ, ਕੋਈ ਪਿੱਟ ਡਿਗ ਕਰਨੀ ਆ, ਇਹ ਆਪਾਂ ਜ਼ਰੂਰ ਪਹਿਲੋਂ ਇੰਸ਼ੋਰ ਕਰ ਲਈਏ ਬਈ ਥੱਲੇ ਕੋਈ ਕੇਬਲ ਜਾਂ ਕੋਈ ਵਾਇਰ ਤਾਂ ਨਹੀਂ ਹੈਗੀ, ਜਾਂ ਕੋਈ ਆਪਾਂ ਦੀਵਾਰ ਦੇ ਵਿੱਚ ਕੋਈ ਡਰਿਲਿੰਗ ਕਰਨੀ ਆ, ਉਸ ਦੌਰਾਨ ਆਪਾਂ ਇਸ ਗੱਲ ਦਾ ਖਿਆਲ ਰੱਖਣਾ ਵੀ ਜੇ ਕੋਈ ਵੀ ਆਪਣਾ ਪੁਆਇੰਟ ਦਿੱਤਾ ਹੋਇਆ ਉਹਦੇ ਆਲੇ ਦੁਆਲੇ ਕੋਈ ਪਾਈਪਸ ਜਾਂਦੀਆਂ ਹੋਣਗੀਆਂ। ਪਾਈਪਸ ਮਤਲਬ ਕੰਡਿਊਟ ਪਾਈਪਸ, ਜਿਹੜੀ ਅੰਡਰਗਰਾਊਂਡ ਕੰਡਿਊਟ ਪਾਈਪਸ ਹੋਣਗੀਆਂ, ਅਤੇ ਉਹ ਦੇਖ ਕੇ ਆਪਾਂ ਡਰਿਲਿੰਗ ਕਰਨੀ ਹੈ। ਇਹ ਨਾ ਹੋਵੇ ਆਪਾਂ ਡਰਿਲਿੰਗ ਕਰਦੇ ਕਰਦੇ ਜਿਹੜੀ ਆਪਣੀ ਲਾਈਵ ਵਾਇਰਸ ਆ ਉਹਦੇ ਨਾਲ ਆਪਣਾ ਕੰਟੈਕਟ ਹੋ ਜਾਏ ਅਤੇ ਐਕਸੀਡੈਂਟ ਉਹਦੇ ਨਾਲ ਵੀ ਹੋ ਸਕਦਾ। ਨੈਕਸਟ ਪੁਆਇੰਟ, ਨੈਵਰ ਕੀਪ ਐਨੀ ਥਿੰਗ ਇਨਸਾਈਡ ਔਰ ਔਨ ਟੋਪ ਆਫ ਇਲੈਕਟ੍ਰੀਕਲ ਪੈਨਲ। ਜੇ ਕੋਈ ਵੀ ਇਲੈਕਟ੍ਰੀਕਲ ਪੈਨਲ ਆ ਉਹਦੇ ਅੰਦਰ ਅਤੇ ਉਹਦੇ ਉੱਪਰ ਕੋਈ ਵੀ ਚੀਜ਼ ਨਹੀਂ ਰੱਖਣੀ। ਹਮੇਸ਼ਾ ਉਹਨੂੰ ਸਾਫ਼ ਰੱਖਣਾ ਅਤੇ ਉਹਦੇ ਉੱਤੇ ਕੋਈ ਵੀ ਇੰਸਟਰੂਮੈਂਟ ਜਾਂ ਕੋਈ ਡਿਵਾਈਸ, ਕੁਛ ਵੀ, ਕੋਈ ਟੂਲ, ਕੁਛ ਨਹੀਂ ਰੱਖਣਾ ਹੈਗਾ। Strange joints are useful whether ever flexible। ਹਮੇਸ਼ਾ ਸਟਰੇਂਜ ਜੁਆਇੰਟ ਯੂਜ਼ ਕਰਨੇ ਆ। ਜੇ ਆਪਾਂ ਨੂੰ ਉੱਥੇ ਫਲੈਕਸੀਬਲ ਹੈਗਾ ਆਪਾਂ ਨੂੰ, ਤਾਂ ਹਮੇਸ਼ਾ ਇਹ ਜੁਆਇੰਟਸ ਯੂਜ਼ ਕਰਨਾ। ਕੀਪ ਦਾ ਪੈਨਲ ਕਲੋਜ਼ਡ। ਹਮੇਸ਼ਾ ਜਿਹੜਾ ਪੈਨਲ ਬੰਦ ਰੱਖਣੇ ਚਾਹੀਦੇ ਆ। ਜਿਵੇਂ ਇਸ ਫਿਗਰ ਦੇ ਵਿੱਚ ਦਿੱਤਾ, ਜਦੋਂ ਖੁੱਲ੍ਹਾ ਉਹ ਰੋਂਗ ਆ ਅਤੇ ਜਦੋਂ ਬੰਦ ਆ ਉਹ ਰਾਈਟ ਆ। ਨੈਕਸਟ, ਫੋਲੋਇੰਗ ਪ੍ਰੀਕਾਸ਼ਨ ਆਰ ਮਸਟ ਵਾਈਲ ਸਵਿਚਿੰਗ ਆਫ ਔਰ ਔਨ ਐਨੀ ਡੋਮੈਸਟਿਕ ਸਵਿਚ। ਹੈਂਡ ਸ਼ੁੱਡ ਬੀ ਡਰਾਈ ਸ਼ੂ ਐਂਡ ਸੈਂਡਲ, ਅਤੇ ਸਵਿਚ ਇਜ਼ ਨੋਟ ਬਰੋਕਨ। ਕੋਈ ਵੀ ਸਵਿਚ ਨਾ ਟੁੱਟੀ ਹੋਵੇ। ਜਦੋਂ ਆਪਾਂ ਹੱਥ ਲਾਉਣਾ ਆ, ਹੱਥ ਡਰਾਈ ਹੋਣੇ ਚਾਹੀਦੇ ਆ, ਆਪਣੇ ਸ਼ੂ ਵੀ ਆਪਣੇ ਡਰਾਈ ਹੋਣੇ ਚਾਹੀਦੇ ਆ, ਅਤੇ ਕੋਈ ਸਵਿਚ ਵਗੈਰਾ ਟੁੱਟੀ ਨਾ ਹੋਵੇ। ਉਸ ਗੱਲ ਦਾ ਆਪਾਂ ਖਿਆਲ ਰੱਖਣਾ। ਜੇ ਟੁੱਟੀ ਆ ਤਾਂ ਉਹਨੂੰ ਪਹਿਲਾਂ ਰਿਪਲੇਸ ਕਰਾਓ, ਆਫ ਸਪਲਾਈ ਕਰਕੇ ਰਿਪਲੇਸ ਕੀਤਾ ਜਾਵੇ ਅਤੇ ਫਿਰ ਉੱਥੇ ਕੰਮ ਕੀਤਾ ਜਾਵੇ। ਇਲੈਕਟ੍ਰਿਕ ਵਰਕ ਰਿਕੁਆਇਰਸ ਫੁੱਲ ਅਟੈਂਸ਼ਨ ਐਟ ਦਾ ਟਾਈਮ, ਆਲ ਦਾ ਟਾਈਮ। ਜਦੋਂ ਆਪਾਂ ਇਲੈਕਟ੍ਰਿਕ ਵਰਕ ਕਰਨਾ ਵਾ, ਉਸ ਵੇਲੇ ਆਪਣਾ ਧਿਆਨ ਜਿਹੜਾ ਅਟੈਂਸ਼ਨਲੀ ਪੂਰਾ ਉਹਦੇ ਵੱਲ ਧਿਆਨ ਰਹਿਣਾ ਚਾਹੀਦਾ ਵਾ। ਇਹ ਨਾ ਹੋਵੇ ਆਪਾਂ ਇਲੈਕਟ੍ਰੀਕਲ ਵਰਕ ਕਰਦੇ ਹੋਏ ਕਿਤੇ ਹੋਰ ਧਿਆਨ ਚਲਾ ਜਾਵੇ ਤਾਂ ਆਪਣਾ ਹੱਥ ਜਿਹੜਾ ਉਹ ਇਲੈਕਟ੍ਰਿਕ ਵਾਇਰ ਦੇ ਉੱਤੇ ਜਾਂ ਇਲੈਕਟ੍ਰਿਕ ਕੰਪੋਨੈਂਟ ਦੇ ਉੱਤੇ, ਜਿਹੜਾ ਜਿੱਥੇ ਇਲੈਕਟ੍ਰੀਸਿਟੀ ਮੂਵ ਕਰਦੀ ਉਹਦੇ ਨਾਲ ਲੱਗ ਕੇ ਆਪਾਂ ਨੂੰ ਸ਼ੌਕ ਲੱਗ ਸਕਦਾ ਵਾ। ਹਮੇਸ਼ਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਵਾ। ਥੈਂਕ ਯੂ। ਨੈਕਸਟ ਟਾਈਮ ਫਿਰ ਨੈਕਸਟ ਟੋਪਿਕ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।